ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसी वेख रहे हो पंजाब मेल USA TV। मैं हाँ संजीव यश खन्ना। खबरां दे बुलेटिन दे विच स्वागत। पेश ने चोणवीआं खबरां। 2024 ਲਈ ਚੋਣਾਂ ਨੂੰ ਨਜ਼ਰअंदाज करो। वाइट हाउस ने कोई समा बर्बाद नहीं कीता। अमेरिका FBI ने न्यूयॉर्क दे मेयर दे फोन iPad कीते जब्त। 2+2 डायलॉग भारत ने अमरीका अगे चुक्या कनेडा विच खालिस्तानी सरगर्मियां दा मुद्दा। कैनेडा एडमिंटन विच भारती मूल दे सिख व्यक्ति अते उस दे पुत्र दी गोली मार के हत्या। इटली विच एक भयानक सड़क हादसे विच 3 पंजाबी नौजवानां दी मौत। गाजा दा शीफा हस्पताल हनेरे विच डुबिया। गाजा दे हस्पताल कंपलैक्स ते इजराइल वल्लों भारी बंबारी, अमरीका ने कीता वड्डा दावा। गाजा नूं शब्दां दी नहीं सगों कार्रवाई दी लोड़, ईरान दे राष्ट्रपति ने दित्ती इजराइल नूं धमकी। हुण खबरां विस्तार दे विच। 2024 ਲਈ ਚੋਣਾਂ ਨੂੰ ਨਜ਼ਰअंदाज ਕਰੋ। ਦੇਖੋ ਲੋਕ ਕਿਵੇਂ ਵੋਟ ਕਰਦੇ ਨੇ। ਵਾਈਟ ਹਾਊਸ ਨੇ ਜਿੱਤ ਦੀ ਕ੍ਰੈਡਿਟ ਲੈਣ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ। ਮੰਗਲਵਾਰ ਦੀ ਆਫ ਸਾਲ ਚੋਣ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਦੇ ਸਹਿਯੋਗੀਆਂ ਨੇ ਉਸ ਮੰਤਰ ਤੇ ਜ਼ੋਰ ਦਿੱਤਾ ਜਦੋਂ ਡੈਮੋਕ੍ਰੇਟਸ ਲਈ ਇੱਕ ਸ਼ਾਨਦਾਰ ਰਾਤ ਪੈਦਾ ਕੀਤੀ। ਕੰਜ਼ਰਵੇਟਿਵ ਕੈਂਟਕੀ ਵਿੱਚ ਇੱਕ ਗੁਬਰਨੇਰੀਅਲ ਜਿੱਤ, ਵਰਜੀਨੀਆ ਵਿਧਾਨ ਸਭਾ ਦੇ ਦੋਵਾਂ ਚੈਂਬਰਾਂ ਦੀ ਹੁੰਜਾ ਫੇਰ ਅਤੇ ਓਹਾਇਓ ਵਿੱਚ ਗਰਭਪਾਤ ਦੇ ਅਧਿਕਾਰਾਂ ਲਈ ਇੱਕ ਸ਼ਾਨਦਾਰ ਜਿੱਤ। ਇਹ ਇੱਕ ਆਦਰਸ਼ ਸਮੇਂ ਤੇ ਆਇਆ ਹੈ। 2024 ਦੀਆਂ ਚੋਣਾਂ ਬਾਰੇ ਵੱਧ ਰਹੀ ਡੈਮੋਕ੍ਰੈਟਿਕ ਚਿੰਤਾ ਨੂੰ ਸ਼ਾਂਤ ਕਰਦਾ ਹੈ, ਜੋ ਕਿ ਨਿਊਯਾਰਕ ਟਾਈਮਜ਼ ਸਿਏਨਾ ਕਾਲਜ ਤੋਂ ਪੋਲਿੰਗ ਤੋਂ ਬਾਅਦ ਬੁਖਾਰ ਦੀ ਪਿੱਚ ਤੇ ਪਹੁੰਚ ਗਈ ਸੀ, ਜਿਸ ਵਿੱਚ ਬਾਈਡਨ ਨੂੰ 6 ਚੋਟੀ ਦੇ ਯੁੱਧ ਦੇ ਮੈਦਾਨ ਰਾਜਾਂ ਵਿੱਚੋਂ 5 ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਛਾੜਦੇ ਹੋਏ ਦਿਖਾਇਆ ਗਿਆ ਸੀ। ਡੈਮੋਕ੍ਰੇਟਸ ਨੇ ਸੁੱਖ ਦਾ ਸਾਹ ਲਿਆ। ਵਾਈਟ ਹਾਊਸ ਨੇ ਸਹੀ ਮਹਿਸੂਸ ਕੀਤਾ ਅਤੇ ਬਾਈਡਨ ਦੀ ਮੁੜ ਚੋਣ ਮੁਹਿੰਮ ਨੇ ਪੌਂਡੀਟਰੀ ਵਿਰੁੱਧ ਜਿੱਤ ਦਾ ਦਾਅਵਾ ਕੀਤਾ। ਬਾਈਡਨ ਮੁਹਿੰਮ ਦੇ ਸੰਚਾਰ ਨਿਰਦੇਸ਼ਕ ਮਾਈਕਲ ਟਾਇਲਰ ਨੇ ਸਮਰਥਕਾਂ ਨੂੰ ਇੱਕ ਈਮੇਲ ਵਿੱਚ ਕਿਹਾ, ਚੋਣਾਂ ਤੋਂ 1 ਸਾਲ ਬਾਅਦ ਹੋਣ ਵਾਲੀਆਂ ਚੋਣਾਂ ਕੋਈ ਮਾਇਨੇ ਨਹੀਂ ਰੱਖਦੀਆਂ, ਨਤੀਜੇ ਆਉਂਦੇ ਨੇ। ਦੇਸ਼ ਭਰ ਦੇ ਵੋਟਰਾਂ ਨੇ ਭਾਰੀ ਮਾਤਰਾ ਵਿੱਚ ਪੋਲਟਰਾਂ ਅਤੇ ਪੰਡਤਾਂ ਨੂੰ ਇੱਕ ਵਾਰ ਫਿਰ ਗਲਤ ਸਾਬਿਤ ਕੀਤਾ ਅਤੇ ਮਾਗਾ ਕੱਟੜਪੰਥ ਨੂੰ ਰੱਦ ਕਰਨ ਲਈ ਨਿਕਲੇ, ਜੋ ਆਧੁਨਿਕ ਰਿਪਬਲਿਕਨ ਪਾਰਟੀ ਨੂੰ ਪਰਿਭਾਸ਼ਿਤ ਕਰਨ ਲਈ ਆਇਆ। ਫਿਰ ਵੀ 2024 ਦੀਆਂ ਚੋਣਾਂ ਤੋਂ 1 ਸਾਲ ਬਾਅਦ ਡੈਮੋਕ੍ਰੇਟਸ ਦੀ ਮਜ਼ਬੂਤ ਪ੍ਰਦਰਸ਼ਨ ਨੇ ਉਮੀਦਵਾਰ ਵਜੋਂ ਬਾਈਡਨ ਦੀ ਤਾਕਤ ਬਾਰੇ ਸਵਾਲਾਂ ਨੂੰ ਖਤਮ ਨਹੀਂ ਕੀਤਾ। ਬਾਈਡਨ ਜੋ 20 ਨਵੰਬਰ ਨੂੰ 81 ਸਾਲਾਂ ਦੇ ਹੋ ਗਏ ਨੇ, ਘੱਟ ਪ੍ਰਵਾਨਗੀ ਰੇਟਿੰਗਾਂ ਕਾਰਨ ਰੁਕਾਵਟ ਬਣੇ ਹੋਏ ਨੇ ਅਤੇ ਆਪਣੀ ਉਮਰ ਅਤੇ ਆਰਥਿਕਤਾ ਨੂੰ ਸੰਭਾਲਣ ਬਾਰੇ ਵੋਟਰਾਂ ਵਿੱਚ ਲਗਾਤਾਰ ਚਿੰਤਾਵਾਂ ਦਾ ਸਾਹਮਣਾ ਕਰ ਰਹੇ ਨੇ। ਡੈਮੋਕ੍ਰੇਟਸ ਲਈ ਮੰਗਲਵਾਰ ਦੇ ਮਜ਼ਬੂਤ ਪ੍ਰਦਰਸ਼ਨ ਨੇ ਇੱਕ ਹੋਰ ਬਹਿਸ ਪੈਦਾ ਕੀਤੀ। ਨਤੀਜੇ ਲਈ ਬਾਈਡਨ ਨੂੰ ਕਿੰਨਾ, ਜੇ ਕੋਈ ਹੈ, ਕ੍ਰੈਡਿਟ ਮਿਲਣਾ ਚਾਹੀਦਾ ਹੈ ਅਤੇ ਕੀ ਡੈਮੋਕ੍ਰੇਟਸ 2024 ਵਿੱਚ ਮੰਗਲਵਾਰ ਤੋਂ ਬਾਈਡਨ ਤੱਕ ਆਪਣੀ ਆਸ਼ਾਵਾਦ ਨੂੰ ਲਾਗੂ ਕਰਨ ਲਈ ਸੁਰੱਖਿਅਤ ਨੇ। ਜੇ ਤੁਸੀਂ ਇਹਨਾਂ ਮੁਹਿੰਮਾਂ ਨਾਲ ਗੱਲ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਕਾਰਕ ਸੀ। ਅਨੁਭਵੀ ਡੈਮੋਕ੍ਰੈਟਿਕ ਰਣਨੀਤੀਕਾਰ ਜੇਮਸ ਕਾਰਵੈਲ ਨੇ MSNBC ਤੇ ਕਿਹਾ ਕਿ ਰਾਸ਼ਟਰਪਤੀ ਦੀ ਉਮਰ ਨੂੰ ਲੈ ਕੇ ਸ਼ੱਕ ਰਹਿੰਦਾ। ਹਾਂ, ਮੇਰਾ ਮਤਲਬ ਹੈ ਕੋਈ ਸਮਝਦਾਰ ਵਿਅਕਤੀ ਕਿਵੇਂ ਕਹਿ ਸਕਦਾ ਹੈ ਕਿ ਇਹ ਕੋਈ ਮੁੱਦਾ ਨਹੀਂ ਹੈ। ਆਪਣੇ ਇਨਬਾਕਸ ਵਿੱਚ ਔਨ ਪੋਲਿਟਿਕਸ ਨਿਊਜ਼ਲੈਟਰ ਪ੍ਰਾਪਤ ਕਰੋ। ਸਾਡੀ ਰਾਜਨੀਤੀ ਟੀਮ ਤੋਂ ਸਿਆਸੀ ਵਿਸ਼ਲੇਸ਼ਣ, ਚੋਣ ਖਬਰਾਂ ਅਤੇ ਬ੍ਰੇਕਿੰਗ ਇਨਸਾਈਟਸ ਨਾਲ ਗੱਲਬਾਤ ਕਰੋ। ਕਾਰਵੈਲ ਨੇ ਆਪਣੀ ਪਾਰਟੀ ਦੇ ਉਹਨਾਂ ਲੋਕਾਂ ਨੂੰ ਹੱਸਿਆ ਜੋ ਉਸ ਨੂੰ ਡਰ ਨੂੰ ਸਵੀਕਾਰਨ ਲਈ ਇੱਕ ਸੌਣ ਵਾਲਾ ਲੇਬਲ ਦੇ ਸਕਦੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਵੋਟਰਾਂ ਦੀ ਚਿੰਤਾ ਨਹੀਂ ਹੈ ਅਤੇ ਡੈਮੋਕ੍ਰੇਟਸ ਦੀ ਚਿੰਤਾ ਹੈ, ਉਸਨੇ ਕਿਹਾ। ਮਾਈਕਲ ਲਾਉਰੇਸਾ, ਪਹਿਲੀ ਮਹਿਲਾ ਜਿਲ ਬਾਈਡਨ ਦੀ ਸਾਬਕਾ ਪ੍ਰੈਸ ਸਕੱਤਰ, ਨੇ ਕਿਹਾ ਕਿ ਇਸ ਹਫ਼ਤੇ ਡੈਮੋਕ੍ਰੇਟਸ ਦੀ ਚੋਣ ਜਿੱਤ ਲਈ ਬਾਈਡਨ ਨੂੰ ਸਿਹਰਾ ਦੇਣਾ ਨਤੀਜਿਆਂ ਦੀ ਪੂਰੀ ਤਰ੍ਹਾਂ ਗਲਤ ਪੜ੍ਹਨਾ ਹੋਵੇਗਾ। ਉਸਨੇ ਕਿਹਾ ਕਿ ਇਸ ਦੀ ਬਜਾਏ ਡੈਮੋਕ੍ਰੇਟਸ ਦੇ ਗਰਭਪਾਤ ਦੇ ਅਧਿਕਾਰਾਂ ਦੇ ਸਮਰਥਨ ਨੂੰ ਓਵਰਲੋਗਿੰਗ ਕਾਰਕ ਵਜੋਂ ਦਰਸਾਇਆ, ਨਾ ਕਿ ਦਫ਼ਤਰ ਵਿੱਚ ਬਾਈਡਨ ਦੀਆਂ ਪ੍ਰਾਪਤੀਆਂ। ਲਾਉਰੇਸਾ ਨੇ ਕਿਹਾ, ਮੈਂ ਇਹ ਨਹੀਂ ਕਹਾਂਗਾ ਕਿ ਇਸ ਦਾ ਰਾਸ਼ਟਰਪਤੀ ਨਾਲ ਕੋਈ ਲੈਣਾ ਦੇਣਾ ਹੈ ਅਤੇ ਇਹ ਅਸਲ ਵਿੱਚ ਚੰਗਾ ਅਤੇ ਬੁਰਾ ਹੈ। ਲਾਉਰੇਸਾ ਨੇ ਕਿਹਾ ਉਸ ਦੀ ਅਪ੍ਰਸਿੱਧਤਾ ਦੇ ਬਾਵਜੂਦ ਬਹੁਤ ਹੀ ਲਾਲ ਖੇਤਰਾਂ ਵਿੱਚ ਵੋਟਰ ਅਜੇ ਵੀ ਡੈਮੋਕ੍ਰੈਟਿਕ ਪਾਰਟੀ ਦੁਆਰਾ ਜੇਤੂ ਗਰਭਪਾਤ ਦੇ ਅਧਿਕਾਰ ਨੂੰ ਛੱਡਣ ਲਈ ਤਿਆਰ ਨਹੀਂ ਸਨ।
ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਦੇ ਅਧਿਕਾਰੀਆਂ ਨੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦੇ ਫੰਡ ਇਕੱਠਾ ਕਰਨ ਦੀ ਮੁਹਿੰਮ ਦੇ ਜਾਂਚ ਦੇ ਤਹਿਤ ਉਹਨਾਂ ਦਾ ਫੋਨ ਅਤੇ ਆਈਪੈਡ ਜ਼ਬਤ ਕਰ ਲਿਆ ਹੈ। ਮੇਅਰ ਦੇ ਵਕੀਲ ਬॉयਡ ਜੌਨਸਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੌਨਸਨ ਵੱਲੋਂ ਜਾਰੀ ਬਿਆਨ ਅਨੁਸਾਰ ਸੋਮਵਾਰ ਰਾਤ ਨੂੰ ਇੱਕ ਪ੍ਰੋਗਰਾਮ ਤੋਂ ਬਾਅਦ FBI ਨੇ ਫੋਨ ਅਤੇ ਆਈਪੈਡ ਜ਼ਬਤ ਕੀਤੇ। ਬਿਆਨ ਵਿੱਚ ਕਿਹਾ ਗਿਆ, FBI ਨੇ ਸੋਮਵਾਰ ਰਾਤ ਨੂੰ ਇੱਕ ਘਟਨਾ ਤੋਂ ਬਾਅਦ ਮੇਅਰ ਨਾਲ ਸੰਪਰਕ ਕੀਤਾ। ਮੇਅਰ ਨੂੰ ਤੁਰੰਤ FBI ਦੀ ਬੇਨਤੀ ਤੇ ਹਾਮੀ ਭਰੀ ਅਤੇ ਆਪਣੀਆਂ ਇਲੈਕਟ੍ਰੋਨਿਕ ਵਸਤੂਆਂ ਉਹਨਾਂ ਨੂੰ ਸੌਂਪ ਦਿੱਤੀਆਂ। ਇਸ ਵਿੱਚ ਕਿਹਾ ਗਿਆ, ਮੇਅਰ ਤੇ ਕੁਝ ਗਲਤ ਕਰਨ ਦਾ ਦੋਸ਼ ਨਹੀਂ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਨੇ। ਫੋਨ ਆਦਿ ਜ਼ਬਤ ਕਰ ਲਏ ਗਏ ਨੇ। ਇਸ ਬਾਰੇ ਪਹਿਲੀ ਰਿਪੋਰਟ ਦੀ ਨਿਊਯਾਰਕ ਟਾਈਮਜ਼ ਦੁਆਰਾ ਦਿੱਤੀ ਗਈ ਹੈ। ਫੈਡਰਲ ਅਧਿਕਾਰੀਆਂ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਤੇ ਐਡਮਜ਼ ਦੀ ਮੁੱਖ ਸਹਾਇਕ ਬ੍ਰਾਇਨਾ ਸੁਗਜ਼ ਦੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਮੁਹਿੰਮ ਤੋਂ ਬਾਅਦ ਮੇਅਰ ਨੇ ਵਾਈਟ ਹਾਊਸ ਦੇ ਅਧਿਕਾਰੀਆਂ ਨੂੰ ਮਿਲਣ ਲਈ ਪਹਿਲਾਂ ਤੋਂ ਤੈਅ ਕੀਤੀ ਵਾਸ਼ਿੰਗਟਨ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਅਤੇ ਨਿਊਯਾਰਕ ਵਾਪਸ ਪਰਤ ਗਏ। ਡੈਮੋਕ੍ਰੇਟ ਪਾਰਟੀ ਦੇ ਮੈਂਬਰ ਐਡਮਜ਼ ਨੇ ਬੁੱਧਵਾਰ ਨੂੰ ਆਪਣੇ ਫੋਨ ਜ਼ਬਤ ਕੀਤੇ ਜਾਣ ਬਾਰੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਭਾਰਤ ਨੇ ਸ਼ੁੱਕਰਵਾਰ ਨੂੰ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਵੱਧਦੀਆਂ ਗਤੀਵਿਧੀਆਂ ਤੇ ਅਮਰੀਕਾ ਨੂੰ ਆਪਣੀ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਪਿਛਲੇ ਜੂਨ ਵਿੱਚ ਕੈਨੇਡਾ ਵਿੱਚ ਇੱਕ ਖਾਲਿਸਤਾਨੀ ਆਗੂ ਦੀ ਹੱਤਿਆ ਨੂੰ ਲੈ ਕੇ ਨਵੀਂ ਦਿੱਲੀ ਅਤੇ ਓਟਾਵਾ ਦਰਮਿਆਨ ਕੂਟਨੀਤਿਕ ਅੜਚਨ ਦੇ ਦੌਰਾਨ ਇਹ ਘਟਨਾਕ੍ਰਮ ਸਾਹਮਣੇ ਆਇਆ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਇੱਕ ਭਾਰਤੀ ਏਜੰਟ ਦੀ ਸੰਭਾਵਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਸਤੰਬਰ ਵਿੱਚ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਅਮਰੀਕਾ ਭਾਰਤ ਨੂੰ ਇਸ ਕਤਲ ਦੀ ਕੈਨੇਡੀਅਨ ਸਰਕਾਰ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਾ ਰਿਹਾ ਹੈ। ਵਿਦੇਸ਼ ਸਕੱਤਰ ਵਿਨੇ ਖਵਾਤਰਾ ਨੇ ਭਾਰਤ ਅਮਰੀਕਾ 2+2 ਗੱਲਬਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ, ਅਸੀਂ ਆਪਣੇ ਸਾਰੇ ਦੋਸਤਾਂ ਅਤੇ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਇਸ ਮਾਮਲੇ ਤੇ ਸਾਡੀ ਸਥਿਤੀ ਕਈ ਮੌਕਿਆਂ ਤੇ ਸਪਸ਼ਟ ਅਤੇ ਵਿਸਤਾਰ ਨਾਲ ਦੱਸੀ ਗਈ ਹੈ। 2+2 ਮੰਤਰੀ ਪੱਧਰੀ ਵਾਰਤਾ ਵਿੱਚ ਅਮਰੀਕੀ ਵਫਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕੀਤੀ, ਜਦਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਪੱਖ ਦੀ ਅਗਵਾਈ ਕੀਤੀ। ਜੈ ਸ਼ੰਕਰ ਅਤੇ ਬਲਿੰਕਨ ਨੇ ਦੋ ਪੱਖੀ ਮੀਟਿੰਗਾਂ ਵੀ ਕੀਤੀਆਂ। ਕਵਾਤਰਾ ਨੇ ਕਿਹਾ, ਅੱਜ ਸਾਡੇ ਭਾਈਵਾਲਾਂ ਨਾਲ ਸਾਡੀ ਗੱਲਬਾਤ ਦਾ ਜ਼ੋਰ ਕਿਸੇ ਹੋਰ ਫਾਰਮ ਤੇ ਵੱਖਰਾ ਨਹੀਂ ਹੈ। ਇਹ ਬੁਨਿਆਦੀ ਤੌਰ ਤੇ ਸਾਡੀ ਮੁੱਖ ਚਿੰਤਾ ਸੁਰੱਖਿਆ ਹੈ। ਪੰਨੂ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜੋ ਭਾਰਤੀ ਹਿੱਤਾਂ ਦੇ ਵਿਰੁੱਧ ਹੈ, ਜੋ ਕਿ ਇੱਕ ਬਹੁਤ ਹੀ ਗੰਭੀਰ ਸੁਰੱਖਿਆ ਚਿੰਤਾ ਪੈਦਾ ਕਰਦਾ ਹੈ। ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ FSJ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਹਾਲ ਹੀ ਵਿੱਚ 19 ਨਵੰਬਰ ਨੂੰ 에ਅਰ ਇੰਡੀਆ ਦੀਆਂ ਉਡਾਨਾਂ ਦੇ ਯਾਤਰੀਆਂ ਨੂੰ ਧਮਕੀਆਂ ਦੇਣ ਵਾਲੀ ਵੀਡੀਓ ਜਾਰੀ ਕੀਤੀ ਸੀ। ICC ਵਿਸ਼ਵ ਕੱਪ ਦਾ ਫਾਈਨਲ ਵੀ ਇਸੇ ਦਿਨ 19 ਨਵੰਬਰ ਨੂੰ ਹੋਣਾ ਹੈ। ਇਹ ਪੁੱਛੇ ਜਾਣ ਤੇ ਕਿ ਕੀ ਗੱਲਬਾਤ ਵਿੱਚ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਤੇ ਚਰਚਾ ਹੋਈ, ਕਵਾਤਰਾ ਨੇ ਕਿਹਾ, ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਨੂੰ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਉਹ ਭਾਰਤ ਦੀ ਭਾਵਨਾ ਨੂੰ ਸਮਝਦੇ ਨੇ ਅਤੇ ਇਸ ਦੀ ਕਦਰ ਕਰਦੇ ਨੇ। ਟਰੂਡੋ ਦੇ ਦੋਸ਼ਾਂ ਤੋਂ ਕੁਝ ਦਿਨਾਂ ਬਾਅਦ ਭਾਰਤ ਨੇ ਕੈਨੇਡੀਅਨਾਂ ਨੂੰ ਵੀਜ਼ਾ ਜਾਰੀ ਕਰਨ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਸੀ। ਨਾਗਰਿਕਾਂ ਅਤੇ ਓਟਾਵਾ ਨੂੰ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਦੇਸ਼ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਨੂੰ ਘਟਾਉਣ ਲਈ ਕਿਹਾ। ਕੈਨੇਡਾ ਨੇ ਪਹਿਲੀ ਹੀ ਭਾਰਤ ਤੋਂ 41 ਡਿਪਲੋਮੈਟਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਬੁਲਾ ਲਿਆ। ਭਾਰਤ ਨੇ ਕੁਝ ਵੀਜ਼ਾ ਸੇਵਾਵਾਂ ਬਹਾਲ ਕਰ ਦਿੱਤੀਆਂ ਨੇ। ਇੱਕ ਸਵਾਲ ਦੇ ਜਵਾਬ ਵਿੱਚ ਕਵਾਤਰਾ ਨੇ ਕਿਹਾ ਕਿ ਗੱਲਬਾਤ ਵਿੱਚ ਪੱਛਮੀ ਏਸ਼ੀਆ ਦੀ ਸਥਿਤੀ ਤੇ ਚਰਚਾ ਹੋਈ। ਖੇਤਰੀ ਵਿਕਾਸ ਦੇ ਵਿਚਕਾਰ ਜਿਨ੍ਹਾਂ ਤਿੰਨਾਂ ਗੱਲਾਂ ਤੇ ਚਰਚਾ ਕੀਤੀ ਗਈ, ਉਹਨਾਂ ਵਿੱਚ ਪੱਛਮੀ ਏਸ਼ੀਆ ਦੇ ਵਿਕਾਸ ਸ਼ਾਮਿਲ ਨੇ। ਉਸ ਨੇ ਕਿਹਾ, ਦੋਵਾਂ ਧਿਰਾਂ ਨੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ, ਉਹ ਸਥਿਤੀ ਨੂੰ ਕਿਵੇਂ ਦੇਖਦੇ ਨੇ ਅਤੇ ਬਦਲਦੀ ਸਥਿਤੀ ਦੇ ਵੱਖ-ਵੱਖ ਤੱਤਾਂ ਤੇ ਆਪਣੇ ਵਿਚਾਰ ਰੱਖਦੇ ਨੇ। ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਮੁੱਦੇ ਤੇ ਭਾਰਤ ਦੀ ਸਥਿਤੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਦੋਵਾਂ ਧਿਰਾਂ ਨੇ ਆਪਣੀਆਂ ਚਿੰਤਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਉਹ ਸਥਿਤੀ ਨੂੰ ਕਿਵੇਂ ਦੇਖਦੇ ਨੇ। ਉਸਨੇ ਕਿਹਾ ਕਿ ਸਥਿਤੀ ਨੂੰ ਦੋਵਾਂ ਧਿਰਾਂ ਦੇ ਨਜ਼ਰੀਏ ਵਿੱਚ ਕੁਝ ਤੱਤ ਸਮਾਨ ਨੇ। ਕਵਾਤਰਾ ਨੇ ਕਿਹਾ, ਭਾਰਤ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਹਮੇਸ਼ਾ ਦੋ ਰਾਸ਼ਟਰੀ ਹੱਲ ਅਤੇ ਗੱਲਬਾਤ ਦੀ ਛੇਤੀ ਬਹਾਲੀ ਲਈ ਖੜੇ ਹਾਂ। ਉਹਨਾਂ ਕਿਹਾ ਕਿ ਭਾਰਤ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦਾ ਹੈ। ਅਸੀਂ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਸਖਤ ਪਾਲਣਾ, ਤਣਾਅ ਘੱਟ ਕਰਨ ਅਤੇ ਨਾਗਰਿਕਾਂ ਦੀ ਮੌਤ ਹੋਣ ਦੀ ਨਿੰਦਾ ਕੀਤੀ ਹੈ। ਕੈਨੇਡਾ ਦੇ ਐਡਮਿੰਟਨ ਵਿੱਚ ਵੱਧਦੀ ਗੈਂਗ ਹਿੰਸਾ ਦਰਮਿਆਨ ਭਾਰਤੀ ਮੂਲ ਦੇ ਸਿੱਖ ਵਿਅਕਤੀ ਅਤੇ ਉਸ ਦੇ 11 ਸਾਲੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ਵਿੱਚ ਮਾਰੇ ਗਏ ਸਿੱਖ ਹਰਪ੍ਰੀਤ ਸਿੰਘ ਉੱਪਲ ਉਮਰ 41 ਸਾਲ ਕੈਨੇਡਾ ਵਿੱਚ ਸੰਗਠਿਤ ਅਪਰਾਧ ਦੇ ਖੇਤਰ ਵਿੱਚ ਇੱਕ ਬਦਨਾਮ ਹਸਤੀ ਸੀ। ਐਡਮਿੰਟਨ ਪੁਲਿਸ ਸਰਵਿਸ ਦੇ ਕਾਰਜਕਾਰੀ ਸੁਪਰਡੈਂਟ ਕੌਲਿਨ ਡੇਕਰਸਨ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉੱਪਲ ਅਤੇ ਉਸ ਦੇ ਪੁੱਤਰ ਨੂੰ ਵੀਰਵਾਰ ਦੁਪਹਿਰ ਇੱਕ ਗੈਸ ਸਟੇਸ਼ਨ ਦੇ ਬਾਹਰ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਗੋਲੀਬਾਰੀ ਦੇ ਸਮੇਂ ਉੱਪਲ ਦੇ ਬੇਟੇ ਦਾ ਦੋਸਤ ਵੀ ਕਾਰ ਵਿੱਚ ਸੀ, ਪਰ ਹਮਲੇ ਵਿੱਚ ਉਹ ਜ਼ਖਮੀ ਨਹੀਂ ਹੋਇਆ।
ਡਰਗ ਸੇਨ ਨੇ ਕਿਹਾ ਕਿ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਕਾਰ ਵਿੱਚ ਬੱਚਿਆਂ ਦੇ ਮੌਜੂਦ ਹੋਣ ਦੀ ਜਾਣਕਾਰੀ ਸੀ ਜਾਂ ਨਹੀਂ। ਐਡਮਿੰਟਨ ਜਨਰਲ ਦੇ ਡਰਕਸਨ ਦੇ ਹਵਾਲੇ ਨਾਲ ਕਿਹਾ, ਪਰ ਅਸੀਂ ਇੰਨਾ ਜਾਣਦੇ ਹਾਂ ਕਿ ਜਦੋਂ ਸ਼ੂਟਰ ਜਾਂ ਨਿਸ਼ਾਨੇਬਾਜ਼ਾਂ ਨੂੰ ਇਹ ਪਤਾ ਲੱਗਾ ਕਿ ਕਾਰ ਵਿੱਚ ਉੱਪਲ ਦਾ ਪੁੱਤਰ ਵੀ ਹੈ ਤਾਂ ਉਹਨਾਂ ਨੇ ਜਾਣਬੁੱਝ ਕੇ ਉਸ ਨੂੰ ਗੋਲੀ ਮਾਰ ਦਿੱਤੀ। ਉਹਨਾਂ ਨੇ ਕਿਹਾ ਕਿ ਇੱਕ ਸਮੇਂ ਬੱਚਿਆਂ ਦੀ ਹੱਤਿਆ ਕਰਨਾ ਮਨ੍ਹਾ ਸੀ ਅਤੇ ਗਿਰੋਹ ਦੇ ਮੈਂਬਰ ਇਸ ਹੱਦ ਨੂੰ ਪਾਰ ਕਰਨ ਤੋਂ ਪਰਹੇਜ਼ ਬਚਦੇ ਸਨ, ਪਰ ਹੁਣ ਸਥਿਤੀ ਬਦਲ ਰਹੀ ਹੈ। ਪੁਲਿਸ ਨੇ ਉੱਪਲ ਦੇ ਬੇਟੇ ਦਾ ਨਾਮ ਜਨਤਕ ਨਹੀਂ ਕੀਤਾ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। CBC ਨਿਊਜ਼ ਦੀ ਖਬਰ ਮੁਤਾਬਕ ਉੱਪਲ ਤੇ ਕੋਕੀਨ ਰੱਖਣ ਅਤੇ ਤਸਕਰੀ ਸਮੇਤ ਕਈ ਦੋਸ਼ ਲੱਗੇ ਨੇ। ਇਸ ਮਾਮਲੇ ਦੀ ਸੁਣਵਾਈ ਅਪ੍ਰੈਲ 2024 ਨੂੰ ਸ਼ੁਰੂ ਹੋਈ ਸੀ। ਇਟਲੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਹ ਨੌਜਵਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਉਰਮੇਲੇ ਉਦੇਰਸੋ ਮੁੱਖ ਮਾਰਗ ਵੱਲ ਜਾ ਰਹੇ ਸਨ। ਇਸੇ ਦੌਰਾਨ ਇਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਵਿੱਚ ਤਿਲਕ ਗਈ ਅਤੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਇਹਨਾਂ ਚੋਂ ਇੱਕ ਨੌਜਵਾਨ ਜਲੰਧਰ ਸ਼ਹਿਰ ਦਾ ਹੈ, ਜਿਸ ਦੀ ਪਛਾਣ ਗੁਰਤੇਜ ਸਿੰਘ ਗੁਰੀ ਉਮਰ 27 ਸਾਲ ਉੱਚੇ ਪਿੰਡ ਵਜੋਂ ਹੋਈ ਹੈ। ਬਾਕੀ 2 ਨੌਜਵਾਨਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਨਾਲ ਇੱਕ ਹੋਰ ਨੌਜਵਾਨ ਵੀ ਸਵਾਰ ਸੀ, ਜੋ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਟਲੀ ਵਿੱਚ ਚੱਲ ਰਹੇ ਖਰਾਬ ਮੌਸਮ ਕਾਰਨ ਵਾਪਰਿਆ। ਪੁਲਿਸ ਟੀਮ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਨੂੰ ਘੇਰ ਲਿਆ, ਜਿੱਥੇ ਡਾਕਟਰਾਂ ਮੁਤਾਬਕ ਆਖਰੀ ਜਨਰੇਟਰ ਬੰਦ ਹੋਣ ਮਗਰੋਂ ਇੱਕ ਬੱਚੇ ਸਣੇ 5 ਮਰੀਜ਼ਾਂ ਦੀ ਮੌਤ ਹੋ ਗਈ। ਇਜ਼ਰਾਈਲ ਮੁਤਾਬਕ ਸ਼ਿਫਾ ਹਸਪਤਾਲ ਹਮਾਸ ਦੀ ਮੁੱਖ ਕਮਾਂਡ ਚੌਕੀ ਹੈ ਅਤੇ ਅੱਤਵਾਦੀ ਆਮ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਨੇ। ਉਹਨਾਂ ਮੁਤਾਬਕ ਹਸਪਤਾਲ ਵਿੱਚ ਕਈ ਬੰਕਰ ਬਣੇ ਹੋਏ ਨੇ। ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲੀ ਫੌਜ ਅਤੇ ਹਮਾਸ ਵਿਚਕਾਰ ਹਸਪਤਾਲ ਨੇੜੇ ਆਮੋ ਸਾਹਮਣੇ ਦੀ ਜੰਗ ਹੋ ਰਹੀ ਸੀ। ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੇ ਧਮਾਕਿਆਂ ਦੀ ਅਤੇ ਗੋਲੀਬਾਰੀ ਦੀ ਆਵਾਜ਼ ਦਰਮਿਆਨ ਫੋਨ ਤੇ ਦੱਸਿਆ, ਹਸਪਤਾਲ ਵਿੱਚ ਬਿਜਲੀ ਨਹੀਂ ਹੈ, ਮੈਡੀਕਲ ਉਪਕਰਨ ਬੰਦ ਹੋ ਗਏ ਨੇ, ਮਰੀਜ਼ ਖਾਸ ਕਰਕੇ ਇੰਟੈਂਸਿਵ ਕੇਅਰ ਵਿੱਚ ਦਾਖਲ ਮਰੀਜ਼ ਮਰਨ ਲੱਗ ਪਏ ਨੇ। ਉਹਨਾਂ ਕਿਹਾ ਕਿ ਇਜ਼ਰਾਈਲੀ ਫੌਜ ਹਸਪਤਾਲ ਦੇ ਅੰਦਰ ਅਤੇ ਬਾਹਰ ਹਰ ਕਿਸੇ ਨੂੰ ਨਿਸ਼ਾਨਾ ਬਣਾ ਰਹੀ ਹੈ। ਇਜ਼ਰਾਈਲੀ ਫੌਜ ਦੇ ਤਰਜਮਾਨ ਪੀਟਰ ਲੇਰਨਰ ਨੇ ਸਿਰਫ ਇੰਨਾ ਹੀ ਕਿਹਾ ਕਿ ਜਵਾਨ ਇਲਾਕੇ ਵਿੱਚ ਹਮਾਸ ਖਿਲਾਫ ਲੜ ਰਹੇ ਨੇ। ਉਹਨਾਂ ਕਿਹਾ ਕਿ ਫੌਜ ਆਮ ਨਾਗਰਿਕਾਂ ਨੂੰ ਨੁਕਸਾਨ ਤੋਂ ਰੋਕਣ ਦੇ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਫੌਜ ਨੇ ਜ਼ਬਾਲੀਆ ਦੇ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੇ ਲੋਕਾਂ ਦੇ ਦੱਖਣ ਜਾਣ ਵਾਲੇ ਰਸਤੇ ਉਚੇਚੇ ਤੌਰ ਤੇ ਜੰਗ ਥੋੜੇ ਸਮੇਂ ਲਈ ਰੋਕੀ। ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਣ ਦੀ ਜ਼ਿੰਮੇਵਾਰੀ ਹਮਾਸ ਦੀ ਹੈ। ਉਹਨਾਂ ਕਿਹਾ ਕਿ ਹਮਾਸ ਲੋਕਾਂ ਨੂੰ ਇਲਾਕਾ ਖਾਲੀ ਕਰਨ ਤੋਂ ਰੋਕ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਫਾ ਹਸਪਤਾਲ ਵਿੱਚ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਅੱਬਾਸ ਨੇ ਕਿਹਾ ਕਿ ਹਸਪਤਾਲ ਕੰਪਲੈਕਸ ਵਿੱਚ ਹੁਣ ਭੋਜਨ, ਪਾਣੀ ਅਤੇ ਬਿਜਲੀ ਦੀ ਥੁੜ ਹੋ ਗਈ ਹੈ। ਇਜ਼ਰਾਈਲ ਹਮਾਸ ਜੰਗ ਦੌਰਾਨ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਰਾਤ ਇਜ਼ਰਾਈਲੀ ਫੌਜ IDF ਨੇ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਕੰਪਲੈਕਸ ਤੇ ਬੰਬਾਰੀ ਕੀਤੀ, ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਤੋਂ ਪਹਿਲਾਂ ਇਜ਼ਰਾਈਲੀ ਬਲਾਂ ਨੇ ਗਾਜ਼ਾ ਪੱਟੀ ਦੇ ਉੱਤਰ ਵਿੱਚ ਉਸ ਖੇਤਰ ਵਿੱਚ ਗੋਲੀਬਾਰੀ ਕੀਤੀ ਜਿੱਥੇ ਹਮਾਸ ਦੇ ਅੱਤਵਾਦੀ ਲੁਕੇ ਹੋਏ ਸਨ। ਦੋਵਾਂ ਧਿਰਾਂ ਨੇ ਇੱਕ ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਇਜ਼ਰਾਈਲ ਹਰ ਰੋਜ਼ 4 ਘੰਟੇ ਲਈ ਹਮਲੇ ਰੋਕਣ ਲਈ ਰਾਜ਼ੀ ਹੋ ਗਿਆ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਜੰਗਬੰਦੀ ਦੀ ਮੰਗ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਨੂੰ 1 ਮਹੀਨੇ ਵਿੱਚ ਕਈ ਜੰਗੀ ਅਪਰਾਧ ਕੀਤੇ ਨੇ। ਹਮਾਸ ਸ਼ਾਸਿਤ ਖੇਤਰ ਦੇ ਉੱਤਰ ਵਿੱਚ ਅੱਤਵਾਦੀ ਗੜ੍ਹ ਗਾਜ਼ਾ ਸ਼ਹਿਰ ਦੇ ਨਿਵਾਸੀਆਂ ਨੇ ਕਿਹਾ ਕਿ ਸ਼ਹਿਰ ਨੂੰ ਇਜ਼ਰਾਈਲੀ ਟੈਂਕਾਂ ਨੇ ਘੇਰਿਆ ਹੋਇਆ ਹੈ। ਇਜ਼ਰਾਈਲੀ ਫੌਜ ਨੂੰ 2 ਹਸਪਤਾਲਾਂ ਨੇੜੇ ਜਾਂਦੇ ਦੇਖਿਆ ਗਿਆ, ਜਿੱਥੇ ਹਜ਼ਾਰਾਂ ਵਿਸਥਾਪਿਤ ਫਿਲਿਸਤੀਨੀ ਸ਼ਰਨ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਇੱਥੇ ਬੁਨਿਆਦੀ ਸਪਲਾਈ ਬੰਦ ਕਰ ਦਿੱਤੀ ਹੈ, ਜਿਸ ਕਾਰਨ ਫਿਲਿਸਤੀਨੀ ਨਾਗਰਿਕਾਂ ਨੂੰ ਦਵਾਈਆਂ, ਭੋਜਨ ਅਤੇ ਪਾਣੀ ਵੀ ਨਹੀਂ ਮੁਹੱਈਆ ਹੋ ਰਿਹਾ। ਉਧਰ ਫਰਾਂਸ ਵਿੱਚ 80 ਦੇਸ਼ਾਂ ਅਤੇ ਸੰਗਠਨਾਂ ਨੇ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੇ ਤਾਲਮੇਲ ਦੇ ਤਰੀਕਿਆਂ ਬਾਰੇ ਇੱਕ ਮੀਟਿੰਗ ਕੀਤੀ। ਬੈਠਕ ਵਿੱਚ ਗਾਜ਼ਾ ਵਿੱਚ ਜ਼ਖਮੀਆਂ ਨੂੰ ਘੇਰਾਬੰਦੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਤੇ ਵੀ ਚਰਚਾ ਹੋਈ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਚੱਲ ਰਹੇ ਯੁੱਧ ਤੇ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਸਾਊਦੀ ਅਰਬ ਪਹੁੰਚੇ ਨੇ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲਾਂਕਿ ਇਹ ਸੰਘਰਸ਼ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਚੱਲ ਰਹੇ ਯੁੱਧ ਤੇ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਸਾਊਦੀ ਅਰਬ ਪਹੁੰਚੇ। ਤੁਹਾਨੂੰ ਦੱਸ ਦਈਏ ਕਿ 11 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਈਰਾਨੀ ਰਾਸ਼ਟਰਪਤੀ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਹੈ। ਰਾਈਸੀ ਨੇ ਸਾਊਦੀ ਅਰਬ ਵਿੱਚ ਰਾਜਧਾਨੀ ਰਿਆਦ ਵਿੱਚ ਅਰਬ ਅਤੇ ਇਸਲਾਮਿਕ ਦੇਸ਼ਾਂ ਦੇ ਸੰਮੇਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਤਹਿਰਾਨ ਹਵਾਈ ਅੱਡੇ ਤੇ ਕਿਹਾ, ਗਾਜ਼ਾ ਨੂੰ ਸ਼ਬਦਾਂ ਦੀ ਨਹੀਂ, ਕਾਰਵਾਈ ਦੀ ਲੋੜ ਹੈ। ਅੱਜ ਇਸਲਾਮੀ ਦੇਸ਼ਾਂ ਦੀ ਏਕਤਾ ਬਹੁਤ ਜ਼ਰੂਰੀ ਹੈ।
ਰਾਈਸੀ ਨੇ ਕਿਹਾ ਸਾਊਦੀ ਅਰਬ ਵਿੱਚ ਹੋਣ ਵਾਲਾ ਸ਼ਿਖਰ ਸੰਮੇਲਨ ਯੁੱਧ ਫੈਲਾਉਣ ਵਾਲਿਆਂ ਨੂੰ ਸਖਤ ਸੰਦੇਸ਼ ਦੇਵੇਗਾ ਅਤੇ ਇਸ ਦਾ ਅਸਰ ਇਹ ਹੋਵੇਗਾ ਕਿ ਫਿਲਿਸਤੀਨ ਵਿੱਚ ਜੰਗ ਹੋਵੇਗੀ। ਰਾਈਸੀ ਨੇ ਤਹਿਰਾਨ ਹਵਾਈ ਅੱਡੇ ਤੇ ਕਿਹਾ ਅਮਰੀਕਾ ਦਾ ਕਹਿਣਾ ਹੈ ਕਿ ਉਹ ਯੁੱਧ ਦਾ ਵਿਸਤਾਰ ਨਹੀਂ ਚਾਹੁੰਦਾ ਅਤੇ ਉਸ ਨੇ ਈਰਾਨ ਅਤੇ ਕਈ ਦੇਸ਼ਾਂ ਨੂੰ ਅਜਿਹੇ ਸੰਦੇਸ਼ ਭੇਜੇ ਨੇ, ਪਰ ਇਹ ਬਿਆਨ ਅਮਰੀਕਾ ਦੀਆਂ ਕਾਰਵਾਈਆਂ ਦੇ ਅਨੁਕੂਲ ਨਹੀਂ ਹਨ। ਈਰਾਨੀ ਰਾਸ਼ਟਰਪਤੀ ਨੇ ਅੱਗੇ ਕਿਹਾ ਗਾਜ਼ਾ ਵਿੱਚ ਯੁੱਧ ਮਸ਼ੀਨ ਅਮਰੀਕਾ ਦੇ ਹੱਥਾਂ ਵਿੱਚ ਹੈ, ਜੋ ਗਾਜ਼ਾ ਵਿੱਚ ਜੰਗਬੰਦੀ ਨੂੰ ਰੋਕ ਰਿਹਾ ਹੈ ਅਤੇ ਜੰਗ ਨੂੰ ਵਧਾ ਰਿਹਾ ਹੈ। ਦੁਨੀਆ ਨੂੰ ਅਮਰੀਕਾ ਦਾ ਅਸਲੀ ਚਿਹਰਾ ਦੇਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਸਾਊਦੀ ਅਰਬ ਅਤੇ ਈਰਾਨ ਨੇ 7 ਸਾਲਾਂ ਬਾਅਦ ਕੂਟਨੀਤਿਕ ਸਬੰਧਾਂ ਦੀ ਬਹਾਲੀ ਦੇ ਨਾਲ ਟੁੱਟੇ ਰਿਸ਼ਤਿਆਂ ਨੂੰ ਆਮ ਬਣਾਉਣ ਤੇ ਸਹਿਮਤੀ ਜਤਾਈ ਹੈ। ਚੀਨ ਦੀ ਵਿਚੋਲਗੀ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਸ਼ਾਂਤੀ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਸਾਊਦੀ ਅਰਬ ਵਿੱਚ ਹੋਣ ਵਾਲੇ ਇਸ ਸੰਮੇਲਨ ਦਾ ਆਯੋਜਨ ਇਸਲਾਮਿਕ ਸਹਿਯੋਗ ਸੰਗਠਨ ਯਾਨੀ OIC ਦੁਆਰਾ ਕੀਤਾ ਜਾ ਰਿਹਾ ਹੈ। ਇਸ ਸੰਗਠਨ ਦਾ ਮੁੱਖ ਦਫ਼ਤਰ ਸਾਊਦੀ ਸ਼ਹਿਰ ਜ਼ੇਦਾ ਵਿੱਚ ਹੈ ਅਤੇ ਇਸ ਵਿੱਚ 57 ਮੁਸਲਿਮ ਦੇਸ਼ ਸ਼ਾਮਿਲ ਨੇ। ਸਾਊਦੀ ਅਰਬ ਅਤੇ ਇਸਲਾਮਿਕ ਮੁਲਕਾਂ ਨੇ ਗਾਜ਼ਾ ਵਿੱਚ ਜੰਗ ਫੌਰੀ ਬੰਦ ਕਰਨ ਦਾ ਸੱਦਾ ਦਿੱਤਾ ਹੈ। ਰਿਆਦ ਵਿੱਚ ਇਸਲਾਮਿਕ ਅਰਬ ਸਿਖਰ ਸੰਮੇਲਨ ਵਿੱਚ ਐਲਾਨ ਕੀਤਾ ਗਿਆ ਕਿ ਫਿਲਿਸਤੀਨੀਆਂ ਖਿਲਾਫ ਕੀਤੇ ਜਾ ਰਹੇ ਅਪਰਾਧਾਂ ਲਈ ਇਜ਼ਰਾਈਲ ਜ਼ਿੰਮੇਵਾਰ ਹੈ। ਸਾਊਦੀ ਅਰਬ ਦੇ ਸ਼ਾਸਕ ਮੁਹੰਮਦ ਬਿਨ ਸਲਮਾਨ ਨੇ ਸਿਖਰ ਸੰਮੇਲਨ ਲਈ ਅਰਬ ਅਤੇ ਮੁਸਲਿਮ ਆਗੂਆਂ ਨੂੰ ਸੱਦਾ ਦਿੱਤਾ ਸੀ ਤਾਂ ਜੋ ਉਹ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਅਮਰੀਕਾ ਅਤੇ ਇਜ਼ਰਾਈਲ ਤੇ ਦਬਾਅ ਪਾ ਸਕਣ। ਮੀਟਿੰਗ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ, ਤੁਰਕੀ ਦੇ ਰਾਸ਼ਟਰਪਤੀ ਤਾਇਪ ਅਰਦੋਗਾਂ, ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਅਹਮਦ ਅਲ ਥਾਨੀ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਹਾਜ਼ਰ ਸਨ। ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਨੇ ਕਿਹਾ ਅਸੀਂ ਫਿਲਿਸਤੀਨ ਵਿੱਚ ਆਪਣੇ ਭਰਾਵਾਂ ਖਿਲਾਫ ਵਹਿਸ਼ਿਆਨਾ ਜੰਗ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ, ਇਸ ਦੀ ਨਖੇਦੀ ਕਰਦੇ ਹਾਂ। ਅਸੀਂ ਮਾਨਵੀ ਤਰਾਸਦੀ ਦਾ ਸਾਹਮਣਾ ਕਰ ਰਹੇ ਹਾਂ ਜਿਸ ਨੇ ਸੁਰੱਖਿਆ ਪਰਿਸ਼ਦ ਅਤੇ ਕੌਮਾਂਤਰੀ ਭਾਈਚਾਰੇ ਦੀ ਨਾਕਾਮੀ ਸਾਬਿਤ ਕਰ ਦਿੱਤੀ ਹੈ, ਜੋ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਤੇ ਰੋਕ ਲਾਉਣ ਵਿੱਚ ਨਾਕਾਮ ਰਹੇ ਨੇ। ਫਿਲਿਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਕਿ ਫਿਲਿਸਤੀਨੀ ਨਸਲਕੁਸ਼ੀ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਅਮਰੀਕਾ ਨੂੰ ਕਿਹਾ ਕਿ ਉਹ ਇਜ਼ਰਾਈਲ ਦੇ ਹਮਲਾਵਰ ਰੁਖ ਤੇ ਲਗਾਮ ਕੱਸੇ। ਰਾਈਸੀ ਨੇ ਇਜ਼ਰਾਈਲ ਖਿਲਾਫ ਜੰਗ ਲਈ ਹਮਾਸ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਇਸਲਾਮਿਕ ਮੁਲਕਾਂ ਨੂੰ ਕਿਹਾ ਕਿ ਉਹ ਇਜ਼ਰਾਈਲ ਤੇ ਤੇਲ ਅਤੇ ਹੋਰ ਵਸਤਾਂ ਭੇਜਣ ਤੇ ਪਾਬੰਦੀ ਲਾਉਣ। ਰਾਈਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਜ਼ਰਾਈਲ ਦੇ ਟਾਕਰੇ ਲਈ ਹੋਰ ਕੋਈ ਰਾਹ ਨਹੀਂ ਬਚਿਆ। ਤੁਰਕੀ ਦੇ ਰਾਸ਼ਟਰਪਤੀ ਅਦਰੰਗਾ ਨੇ ਇਜ਼ਰਾਈਲ ਅਤੇ ਫਿਲਿਸਤੀਨੀਆਂ ਵਿਚਕਾਰ ਜੰਗ ਦੇ ਪੱਕੇ ਹੱਲ ਲਈ ਕਈ ਕੌਮਾਂਤਰੀ ਸ਼ਾਂਤੀ ਕਾਨਫਰੰਸ ਸੱਦਣ ਦਾ ਹੋਕਾ ਦਿੱਤਾ ਸੀ। ਉਹਨਾਂ ਕਿਹਾ ਕਿ ਗਾਜ਼ਾ ਵਿੱਚ ਕੁਝ ਘੰਟਿਆਂ ਦੀ ਬਜਾਏ ਪੱਕੇ ਤੌਰ ਤੇ ਜੰਗਬੰਦੀ ਹੋਣੀ ਚਾਹੀਦੀ ਹੈ। ਕਤਰ ਦੇ ਅਮੀਰ ਨੇ ਕਿਹਾ ਕਿ ਉਹਨਾਂ ਦਾ ਮੁਲਕ ਇਜ਼ਰਾਈਲੀ ਬੰਦਕਾਂ ਦੀ ਫੌਰੀ ਰਿਹਾਈ ਲਈ ਵਿਚੋਲਗੀ ਕਰਨ ਲਈ ਤਿਆਰ ਹੈ ਤਾਂ ਜੋ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ। ਅਰਬ ਵਿਦੇਸ਼ੀ ਮੰਤਰੀ ਕੁਝ ਮੁੱਦਿਆਂ ਤੇ ਵੰਡੇ ਗਏ ਨੇ ਕਿਉਂਕਿ ਅਲਜੀਰੀਆ ਦੀ ਅਗਵਾਈ ਹੇਠ ਕੁਝ ਮੁਲਕਾਂ ਨੇ ਇਜ਼ਰਾਈਲ ਨਾਲੋਂ ਸਾਰੇ ਕੂਟਨੀਤਿਕ ਸੰਬੰਧ ਤੋੜਨ ਦੀ ਵਕਾਲਤ ਕੀਤੀ ਹੈ। ਇਸੇ ਦੌਰਾਨ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜੰਗ ਦੌਰਾਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 11,000 ਤੋਂ ਟੱਪ ਚੁੱਕੀ ਹੈ। ਗਾਜ਼ਾ ਸ਼ਹਿਰ ਵਿੱਚ ਹਜ਼ਾਰਾਂ ਲੋਕ ਸੁਰੱਖਿਅਤ ਥਾਂ ਦੀ ਭਾਲ ਵਿੱਚ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੀ ਆਪਣੀ 5 ਦਿਨਾਂ ਯਾਤਰਾ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦੋ ਪੱਕੀ ਸਬੰਧਾਂ ਦੀ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੇ ਇਸ ਦੌਰੇ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀ ਸੰਭਾਵਿਤ ਭਾਰਤ ਯਾਤਰਾ ਦੇ ਸਬੰਧ ਵਿੱਚ ਤਿਆਰੀਆਂ ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਵਿਦੇਸ਼ ਮੰਤਰੀ ਐਸ ਜੈਸ਼ੰਕਰ 11 ਤੋਂ 15 ਨਵੰਬਰ ਤੱਕ ਬ੍ਰਿਟੇਨ ਦੀ ਅਧਿਕਾਰਿਤ ਯਾਤਰਾ ਤੇ ਹੋਣਗੇ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਭਾਰਤ ਅਤੇ ਬ੍ਰਿਟੇਨ ਦੇ ਦੋ ਪੱਕੀ ਸਬੰਧ ਵਧ ਰਹੇ ਨੇ। ਇਸ ਯਾਤਰਾ ਦੌਰਾਨ ਵਿਦੇਸ਼ ਮੰਤਰੀ ਆਪਣੇ ਬ੍ਰਿਟਿਸ਼ ਹਮਰੁਤਬਾ ਸਰ ਜੇਮਸ ਕਲੇਵਰਲੀ ਨਾਲ ਅਤੇ ਹੋਰ ਵਿਸ਼ੇਸ਼ ਲੋਕਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਧੁਰ ਅਤੇ ਪ੍ਰਗਤੀਸ਼ੀਲ ਦੱਸਿਆ। ਭਾਰਤ ਬ੍ਰਿਟੇਨ ਵਿਆਪਕ ਰਣਨੀਤਿਕ ਸਾਂਝੇਦਾਰੀ ਦੀ ਸ਼ੁਰੂਆਤ 2021 ਵਿੱਚ ਕੀਤੀ ਗਈ ਹੈ ਅਤੇ ਇਸ ਦੇ ਅਧੀਨ ਭਾਰਤ ਬ੍ਰਿਟੇਨ ਕਾਰਜ ਯੋਜਨਾ 2030 ਤੇ ਦਸਤਖਤ ਕੀਤਾ ਗਿਆ ਸੀ, ਜਿਸ ਦਾ ਮਕਸਦ ਕਈ ਖੇਤਰਾਂ ਵਿੱਚ ਸਬੰਧਾਂ ਦਾ ਵਿਸਤਾਰ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਾਰਜ ਯੋਜਨਾ ਵਿੱਚ ਇਹ ਇੱਕ ਅਜਿਹੀ ਸਾਂਝੇਦਾਰੀ ਦੇ ਪ੍ਰਤੀ ਵਚਨਬੱਧਤਾ ਜਤਾਈ ਗਈ ਹੈ ਜੋ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ। ਵਿਦੇਸ਼ ਮੰਤਰੀ ਦੇ ਦੌਰੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਨਵੀਂ ਗਤੀ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੀਵਾਲੀ ਮੌਕੇ ਦੇਸ਼ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਇੱਕ ਟਵੀਟ ਜ਼ਰੀਏ ਲੋਕਾਂ ਨੂੰ ਵਧਾਈ ਦਿੱਤੀ। ਆਪਣੇ ਟਵੀਟ ਵਿੱਚ ਮੋਦੀ ਨੇ ਲਿਖਿਆ ਕਿ ਦੇਸ਼ ਵਿੱਚ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਟਵਿੱਟਰ ਤੇ ਲਿਖਿਆ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ। ਇਹ ਵਿਸ਼ੇਸ਼ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ।
ਇਸ ਸੰਬੰਧੀ ਆਪਣੇ ਇੱਕ ਟਵੀਟ ਵਿੱਚ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ। ਸੱਚ ਦੀ ਆਵਾਜ਼ ਬਣੇ, ਜ਼ੁਲਮ ਦੇ ਸਤਾਏ ਰਾਜਿਆਂ ਦੀ ਮਦਦ ਲਈ ਅੱਗੇ ਆਏ ਮਹਾਨ ਦਿਨ ਨੂੰ ਸਿੱਖ ਇਤਿਹਾਸ ਨੇ ਬੰਦੀ ਛੋੜ ਨਾਮ ਦੇ ਨਾਂ ਦੇ ਉੱਤੇ ਪੁਕਾਰਿਆ। ਸਮੂਹ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਪਲਾਈ ਚੇਨ ਲਈ ਭਾਰਤ ਚੀਨ ਦਾ ਬਦਲ ਬਣ ਸਕਦਾ ਹੈ। ਇਸ ਦਿਸ਼ਾ ਵਿੱਚ 13 ਤੋਂ 16 ਨਵੰਬਰ ਨੂੰ ਅਮਰੀਕਾ ਵਿੱਚ ਹੋਣ ਵਾਲੀ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ IPEF ਦੀ ਮੀਟਿੰਗ ਵਿੱਚ ਅਹਿਮ ਚਰਚਾ ਹੋਵੇਗੀ। ਵਣਜ ਤੇ ਸਨਅਤਾਂ ਬਾਰੇ ਮੰਤਰੀ ਪਿਊਸ਼ ਗੋਇਲ IPEF ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਵਪਾਰ ਵਧਾਉਣ, ਸਪਲਾਈ ਚੇਨ ਮਜ਼ਬੂਤ ਕਰਨ, ਸਵੱਛ ਅਰਥਚਾਰਾ ਬਣਾਉਣ ਦੇ ਨਾਲ ਹੀ ਨਿਰਪੱਖ ਤੌਰ ਤੇ ਕਾਰੋਬਾਰ ਕਰਨ ਦੇ ਮੰਤਵ ਨਾਲ ਵਰ੍ਹਾ 2022 ਦੇ ਮਈ ਵਿੱਚ IPEF ਦਾ ਗਠਨ ਕੀਤਾ ਗਿਆ ਸੀ। IPEF ਵਿੱਚ ਭਾਰਤ, ਅਮਰੀਕਾ, ਜਾਪਾਨ, ਆਸਟ੍ਰੇਲੀਆ, ਉੱਤਰੀ ਕੋਰੀਆ ਸਮੇਤ 14 ਮੁਲਕ ਸ਼ਾਮਿਲ ਨੇ ਤੇ ਆਲਮੀ GDP ਵਿੱਚ 40% ਹਿੱਸੇਦਾਰੀ IPEF ਦੇਸ਼ਾਂ ਦੀ ਹੈ। ਚੀਨ IPEF ਦਾ ਹਿੱਸਾ ਨਹੀਂ ਹੈ। IPEF ਨਾਲ ਜੁੜੇ ਮੁਲਕ ਹਿੰਦ ਪ੍ਰਸ਼ਾਂਤ ਵਿੱਚ ਚੀਨ ਦੀ ਵੱਧਦੀ ਅਜਾਰੇਦਾਰੀ ਰੋਕਣ ਦੇ ਨਾਲ ਹੀ ਇਸ ਖੇਤਰ ਦੀ ਸਪਲਾਈ ਚੇਨ ਲਈ ਚੀਨ ਦੇ ਬਦਲ ਨੂੰ ਤਿਆਰ ਕਰਨਾ ਚਾਹੁੰਦੇ ਨੇ। ਸਪਲਾਈ ਚੇਨ ਲਈ ਚੀਨ ਤੋਂ ਨਿਰਭਰਤਾ ਖਤਮ ਹੋਣ ਤੇ ਹਿੰਦ ਪ੍ਰਸ਼ਾਂਤ ਖੇਤਰ ਦੇ ਦੇਸ਼ ਚੀਨ ਦੇ ਰਵੱਈਏ ਦਾ ਵਿਰੋਧ ਕਰਨਗੇ। ਦੂਜੇ ਪਾਸੇ ਭਾਰਤ ਹਿੰਦ ਪ੍ਰਸ਼ਾਂਤ ਖੇਤਰ ਨਾਲ ਜੁੜੇ ਸਾਰੇ ਮੁਲਕਾਂ ਦੇ ਮਿਲੇ ਜੁਲੇ ਵਿਕਾਸ ਲਈ ਪ੍ਰਤੀਬੱਧ ਹੈ। ਪਿਛਲੇ 3 ਸਾਲਾਂ ਵਿੱਚ ਭਾਰਤ ਆਲਮੀ ਵਪਾਰਕ ਮੰਚ ਤੇ ਭਰੋਸੇਮੰਦ ਮੁਲਕ ਵਜੋਂ ਉੱਭਰਿਆ ਹੈ। ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਤੋਂ ਇਲਾਵਾ ਇੱਕ ਹੋਰ ਸਪਲਾਈ ਚੇਨ ਬਣਾਉਣ ਨੂੰ ਲੈ ਕੇ ਕਾਫੀ ਹੱਦ ਤੱਕ ਸਹਿਮਤੀ ਹੋ ਚੁੱਕੀ ਹੈ। ਸਪਲਾਈ ਚੇਨ ਨੂੰ ਲੈ ਕੇ ਠੋਸ ਫੈਸਲਾ ਹੋਣ ਤੇ ਭਾਰਤ ਦੇ ਮੈਨੂਫੈਕਚਰਿੰਗ ਤੇ ਸਰਵਿਸ ਦੋਵੇਂ ਸੈਕਟਰਾਂ ਨੂੰ ਹੁਲਾਰਾ ਮਿਲ ਸਕਦਾ ਹੈ। ਦੁਨੀਆ ਭਰ ਤੋਂ ਲਗਾਤਾਰ ਭੂਚਾਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਇਸ ਦੀ ਤਾਜ਼ਾ ਉਦਾਹਰਣ ਨੇਪਾਲ ਵਿੱਚ ਆਇਆ ਭੂਚਾਲ ਹੈ। ਇਸ ਦੇ ਝਟਕਿਆਂ ਨੇ ਭਾਰਤ ਦੇ ਕਈ ਹਿੱਸਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਕੁਦਰਤ ਦੇ ਇਸ ਕਹਿਰ ਦਾ ਖਾਮਿਆਜ਼ਾ ਨੇਪਾਲ ਅੱਜ ਵੀ ਚੱਲ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਇੱਕ ਵਾਰ ਵਿੱਚ 1000 ਤੋਂ ਵੱਧ ਵਾਰ ਭੂਚਾਲ ਆਏ ਨੇ। ਹਾਲਾਤ ਅਜਿਹੇ ਸਨ ਕਿ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ। ਇਹ ਸਥਾਨ ਯੂਰਪੀ ਦੇਸ਼ ਆਇਰਲੈਂਡ ਵਿੱਚ ਹੈ। ਇਹ ਇੱਕ ਬਹੁਤ ਮਸ਼ਹੂਰ ਸੈਰ ਸਪਾਟਾ ਸਥਾਨ ਹੈ ਜਿਸ ਨੂੰ ਲੋਕ ਬਲੂ ਲੈਗੂਨ ਦੇ ਨਾਂ ਨਾਲ ਜਾਣਦੇ ਨੇ। ਇੱਥੇ ਬਹੁਤ ਭੀੜ ਰਹਿੰਦੀ ਹੈ, ਪਰ ਫਿਲਹਾਲ ਇਹ 16 ਨਵੰਬਰ ਤੱਕ ਸੈਲਾਨੀਆਂ ਲਈ ਬੰਦ ਹੈ। ਇਸ ਦੇ ਪਿੱਛੇ ਦਾ ਕਾਰਨ ਆਈਸਲੈਂਡ ਦੇ ਮੌਸਮ ਵਿਭਾਗ ਦੀ ਰਿਪੋਰਟ ਹੈ, ਜਿਸ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਰੇਕਨਜ਼ੇਨ ਪ੍ਰਾਇਦੀਪ ਖੇਤਰ ਵਿੱਚ 1400 ਦੇ ਕਰੀਬ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਨੇ, ਜਿਸ ਤਹਿਤ 7 ਭੂਚਾਲ ਆਏ ਜਿਨ੍ਹਾਂ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4 ਜਾਂ ਇਸ ਤੋਂ ਵੱਧ ਸੀ। ਜਿੱਥੇ ਭੂਚਾਲ ਆ ਰਹੇ ਨੇ ਉੱਥੇ ਹੀ ਬਲੂ ਲੈਗੂਨ ਵੀ ਹੈ। ਇਸੇ ਕਾਰਨ ਇਸ ਸਥਾਨ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ। ਬਲੂ ਲੈਗੂਨ ਦਾ ਪੁਲ, ਸਪਾ, ਹੋਟਲ ਅਤੇ ਰੈਸਟੋਰੈਂਟ 9 ਨਵੰਬਰ ਨੂੰ ਬੰਦ ਕਰ ਦਿੱਤੇ ਗਏ ਨੇ ਅਤੇ ਇਹ 16 ਨਵੰਬਰ ਨੂੰ ਸਵੇਰੇ 7 ਵਜੇ ਦੁਬਾਰਾ ਖੋਲ੍ਹਣ ਲਈ ਨਿਰਧਾਰਿਤ ਕੀਤੇ ਗਏ ਨੇ। ਇੱਕ ਬਿਆਨ ਅਨੁਸਾਰ ਇਹ ਸਾਵਧਾਨੀ ਉਪਾਅ ਕਰਨ ਦਾ ਮੁੱਖ ਕਾਰਨ ਸਥਾਨਕ ਵਿਅਕਤੀਆਂ ਦੀ ਸੁਰੱਖਿਅਤ ਅਤੇ ਤੰਦਰੁਸਤੀ ਲਈ ਅਟੁੱਟ ਵਚਨਬੱਧਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਲੂ ਲੈਗੂਨ ਰੇਕਨਜ਼ੇਨ ਪ੍ਰਾਇਦੀਪ ਵਿੱਚ ਹੈ। ਇਹ ਸਥਾਨ ਰਾਜਧਾਨੀ ਤੋਂ 50 ਮਿੰਟ ਦੀ ਦੂਰੀ ਤੇ ਹੈ। ਨੈਸ਼ਨਲ ਜਿਓਗ੍ਰਾਫਿਕ ਦੁਆਰਾ ਇਸ ਨੂੰ ਵਿਸ਼ਵ ਦੇ 25 ਆਧੁਨਿਕ ਅਜੂਬਿਆਂ ਵਿੱਚੋਂ ਇੱਕ ਘੋਸ਼ਿਤ ਕੀਤਾ ਗਿਆ ਹੈ। ਇਹ ਮਨੁੱਖ ਦੁਆਰਾ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਭੂ-ਥਰਮਲ ਖਣਿਜ ਬਾਤ ਹੈ, ਜਿੱਥੇ ਜਿਓਥਰਮਲ ਪੁਲ ਮੌਜੂਦ ਨੇ ਜੋ ਦੁਨੀਆ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਨੇ। ਬਲੂ ਲੈਗੂਨ ਦਾ ਰੰਗ ਬਿਲਕੁਲ ਨੀਲਾ ਹੈ। ਇੱਥੇ ਹਰ ਕੋਨੇ ਤੋਂ ਲੋਕ ਨਹਾਉਣ ਲਈ ਆਉਂਦੇ ਨੇ। ਇਟਲੀ ਦੇ ਲਾਜ਼ੀਓ ਖੇਤਰ ਵਿੱਚ ਇੱਕ ਪ੍ਰਵਾਸੀ ਰਿਸੈਪਸ਼ਨ ਕੇਂਦਰ ਵਿੱਚ ਧਮਾਕੇ ਅਤੇ ਉਸ ਤੋਂ ਬਾਅਦ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ 31 ਲੋਕ ਜ਼ਖਮੀ ਹੋ ਗਏ। ਇਟਲੀ ਦੇ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਥਿਤ ਗੈਸ ਲੀਕ ਸ਼ੁੱਕਰਵਾਰ ਦੇਰ ਰਾਤ ਹੋਈ। ਐਡਨ ਕ੍ਰੋਨਸ ਸਮਾਚਾਰ ਏਜੰਸੀ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿਨ੍ਹਾਂ ਚੋਂ 4 ਦੀ ਹਾਲਤ ਗੰਭੀਰ ਹੈ। ਪ੍ਰਵਾਸੀ ਸਵਾਗਤ ਕੇਂਦਰ ਦੀ ਮੇਜ਼ਬਾਨੀ ਕਰਨ ਵਾਲੇ ਸੈਨ ਲੋਰੈਂਜ਼ ਨਿਓਵੋ ਸ਼ਹਿਰ ਦੇ ਮੇਅਰ ਮੈਸੀਮੋ ਬੋਬੇਨੀ ਨੇ ਐਡਨ ਕ੍ਰੋਨਸ ਨੂੰ ਦੱਸਿਆ ਕਿ ਸੰਭਵ ਤੌਰ ਤੇ ਗੈਸ ਲੀਕ ਹੋਣ ਕਾਰਨ ਇੱਥੇ ਇੱਕ ਧਮਾਕਾ ਹੋਇਆ ਸੀ। ਜੋ ਕੁਝ ਵੀ ਹੋਇਆ ਇਸ ਦਾ ਸਹੀ ਕਾਰਨ ਜਾਂਚ ਤੋਂ ਬਾਅਦ ਪਤਾ ਲੱਗੇਗਾ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਿਕ ਮੁੱਢਲੀ ਜਾਣਕਾਰੀ ਮੁਤਾਬਿਕ ਧਮਾਕੇ ਦੇ ਸਮੇਂ ਨਾਬਾਲਗਾਂ ਸਮੇਤ ਕਰੀਬ 3 ਲੋਕ ਇਮਾਰਤ ਦੇ ਅੰਦਰ ਸਨ, ਪਰ ਮੌਕੇ ਤੇ ਕੰਮ ਕਰ ਰਹੇ ਫਾਈਟਰਾਂ ਨੇ ਮਲਬੇ ਹੇਠਾਂ ਲੋਕਾਂ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ। 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਨੇ ਕਾਰਪੋਰੇਟ ਨੂੰ ਬਚਾਓ, ਭਾਜਪਾ ਨੂੰ ਸਦਾ ਦਿਓ, ਦੇਸ਼ ਬਚਾਓ ਦੇ ਨਾਅਰੇ ਨਾਲ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਅਨੁਸਾਰ ਮੋਰਚੇ ਦੀ ਲੀਡਰਸ਼ਿਪ ਨੇ 8 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਦੇ ਦਿਮਨੀ ਹਲਕੇ ਵਿੱਚ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ
ਅਤੇ ਕਿਸਾਨਾਂ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਹਾਰ ਯਕੀਨੀ ਬਣਾਉਣ ਦੀ ਅਪੀਲ ਕੀਤੀ, ਜੋ ਕਿਸਾਨ ਵਿਰੋਧੀ ਕਾਨੂੰਨ ਬਣਾਉਣ ਅਤੇ 380 ਦਿਨਾਂ ਲੰਬੇ ਇਤਿਹਾਸਿਕ ਕਿਸਾਨ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਦੇ ਸ਼ਹੀਦਾਂ ਸਣੇ 725 ਕਿਸਾਨਾਂ ਦੀ ਸ਼ਹਾਦਤ ਲਈ ਕਥਿਤ ਤੌਰ ਤੇ ਜ਼ਿੰਮੇਦਾਰ ਹੈ। ਮੋਰਚੇ ਨੇ ਕਿਹਾ ਕਿ ਰਾਜਸਥਾਨ ਦੇ ਇੱਕ ਜ਼ਿਲ੍ਹੇ ਵਿੱਚ ਮੋਰਚੇ ਦੀਆਂ 3 ਸਾਥੀ ਜਥੇਬੰਦੀਆਂ ਨੇ ਇੱਕ ਸਿਆਸੀ ਪਾਰਟੀ ਦੇ ਇੱਕ ਖਾਸ ਉਮੀਦਵਾਰ ਨੂੰ ਹਮਾਇਤ ਦੇਣ ਲਈ ਸਾਂਝਾ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਸ ਦੇ ਮੱਦੇਨਜ਼ਰ ਮੋਰਚੇ ਨੇ ਚੋਣਾਂ ਨਾ ਲੜਨ ਜਾਂ ਕਿਸੇ ਵਿਸ਼ੇਸ਼ ਉਮੀਦਵਾਰ ਜਾਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਾ ਕਰਨ ਦੇ ਆਪਣੇ ਸਟੈਂਡ ਨੂੰ ਦੁਹਰਾਇਆ ਹੈ। ਮੋਰਚੇ ਵੱਲੋਂ ਕਿਹਾ ਗਿਆ ਕਿ ਮੋਰਚੇ ਦੀਆਂ ਸਾਰੀਆਂ ਸਹਿਯੋਗੀ ਸੰਸਥਾਵਾਂ ਅਤੇ ਵਿਅਕਤੀ ਆਪਣੇ ਪਸੰਦ ਦੇ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਲਈ ਪ੍ਰਚਾਰ ਕਰਨ, ਸਮਰਥਨ ਕਰਨ ਜਾਂ ਵੋਟ ਪਾਉਣ ਲਈ ਸੁਤੰਤਰ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਭਾਰਤ ਦੇ ਸਭ ਤੋਂ ਵੱਡੇ ਪਲੇਟਫਾਰਮ ਵਜੋਂ ਚੋਣ ਪ੍ਰਚਾਰ ਲਈ ਨਹੀਂ ਵਰਤਿਆ ਜਾਵੇਗਾ। ਉੱਤਰੀ ਭਾਰਤ ਦੇ ਕਈ ਸੂਬੇ ਖਾਸ ਕਰ ਪੰਜਾਬ, ਹਰਿਆਣਾ ਅਤੇ ਦਿੱਲੀ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਨੇ। ਅਜਿਹੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਸਮੇਂ ਪਟਾਕਿਆਂ ਤੋਂ ਉੱਠਦੇ ਧੂਏ ਨੂੰ ਲੈ ਕੇ ਵੀ ਕਈ ਲੋਕ ਚਿੰਤਿਤ ਨੇ। ਇੱਕ ਪਾਸੇ ਕਈਆਂ ਦੀ ਧਾਰਨਾ ਹੈ ਕਿ ਪਟਾਕਿਆਂ ਤੋਂ ਬਿਨਾਂ ਦੀਵਾਲੀ ਦਾ ਤਿਉਹਾਰ ਅਧੂਰਾ ਰਹਿ ਜਾਵੇਗਾ, ਤਾਂ ਦੂਜੇ ਪਾਸੇ ਕੁਝ ਲੋਕ ਵਾਤਾਵਰਣ ਨੂੰ ਲੈ ਕੇ ਫਿਕਰਮੰਦੀ ਦੇ ਕਾਰਨ ਪਟਾਕਿਆਂ ਤੋਂ ਕਿਨਾਰਾ ਕਰਨ ਦੀ ਸਲਾਹ ਦਿੰਦੇ ਨੇ। ਅਜਿਹੇ ਵਿੱਚ ਘੱਟ ਧੂਆਂ ਕਰਨ ਵਾਲੇ ਅਤੇ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਣ ਵਾਲੇ ਗ੍ਰੀਨ ਪਟਾਕੇ ਮੁਸ਼ਕਿਲਾਂ ਨੂੰ ਕੁਝ ਹੱਦ ਤੱਕ ਹੱਲ ਕਰਨ ਵਿੱਚ ਸਹਾਈ ਹੋ ਸਕਦੇ ਨੇ। ਦਰਅਸਲ ਗ੍ਰੀਨ ਪਟਾਕੇ ਨੈਸ਼ਨਲ ਐਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੀਰੀ ਦੀ ਖੋਜ ਹੈ, ਜੋ ਕਿ ਰਿਵਾਇਤੀ ਪਟਾਕੇ ਵਾਂਗ ਹੀ ਨੇ, ਪਰ ਇਹਨਾਂ ਨੂੰ ਸਾੜਨ ਨਾਲ ਘੱਟ ਪ੍ਰਦੂਸ਼ਣ ਹੁੰਦਾ ਹੈ। ਨੀਰੀ ਇੱਕ ਸਰਕਾਰੀ ਸੰਸਥਾ ਹੈ ਜੋ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ CSIR ਦੇ ਅਧੀਨ ਕੰਮ ਕਰਦੀ ਹੈ। ਨੀਰੀ ਨੇ ਜਨਵਰੀ 2018 ਵਿੱਚ ਗ੍ਰੀਨ ਪਟਾਕਿਆਂ ਦੇ ਖੋਜ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਇਹ ਪਟਾਕੇ ਦੇਸ਼ ਵਿੱਚ ਕਈ ਥਾਈਂ ਉਪਲਬਧ ਨੇ। ਖਬਰ ਏਜੰਸੀ PTI ਅਨੁਸਾਰ ਪੰਜਾਬ ਸਰਕਾਰ ਨੇ ਇਸ ਵਾਰ ਦੀ ਦੀਵਾਲੀ, ਗੁਰਪੁਰਬ, ਨਵੇਂ ਸਾਲ ਤੇ ਕ੍ਰਿਸਮਸ ਮੌਕੇ ਕੇਵਲ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਉਹਨਾਂ ਦੀ ਵਰਤੋਂ ਲਈ ਵੀ ਇੱਕ ਸੀਮਿਤ ਵਕਤ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਟਾਕਿਆਂ ਦੀ ਕਿਸੇ ਵੀ ਤਰੀਕ ਦੀ ਆਨਲਾਈਨ ਵਿਕਰੀ ਉੱਤੇ ਰੋਕ ਲਾਈ ਗਈ ਹੈ। ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੇ ਇਸਤੇਮਾਲ ਦਾ ਵਕਤ ਰਾਤ 8 ਵਜੇ ਤੋਂ 10 ਵਜੇ ਤੱਕ ਰੱਖਿਆ ਗਿਆ ਹੈ। ਗ੍ਰੀਨ ਪਟਾਕੇ ਦਿੱਖ, ਬਲਣ ਅਤੇ ਆਵਾਜ਼ ਵਿੱਚ ਆਮ ਪਟਾਕਿਆਂ ਵਰਗੇ ਹੀ ਹੁੰਦੇ ਨੇ, ਪਰ ਇਹ ਘੱਟ ਪ੍ਰਦੂਸ਼ਣ ਪੈਦਾ ਕਰਦੇ ਨੇ। ਸਧਾਰਨ ਪਟਾਕਿਆਂ ਦੇ ਮੁਕਾਬਲੇ ਇਹ ਸਾੜਨ ਤੇ 40 ਤੋਂ 50% ਘੱਟ ਹਾਨੀਕਾਰਕ ਗੈਸ ਪੈਦਾ ਕਰਦੇ ਨੇ। ਨੀਰੀ ਦੀ ਮੁੱਖ ਵਿਗਿਆਨੀ ਡਾਕਟਰ ਸਾਧਨਾ ਰਿਓਲ ਨੇ 2018 ਵਿੱਚ BBC ਨੂੰ ਇਹਨਾਂ ਪਟਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ, ਅਜਿਹਾ ਨਹੀਂ ਹੈ ਕਿ ਇਸ ਨਾਲ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੋਵੇਗਾ, ਪਰ ਹਾਂ, ਇਹ ਘੱਟ ਹੋਵੇਗਾ ਅਤੇ ਇਹ ਪਟਾਕੇ ਵਾਤਾਵਰਣ ਲਈ ਘੱਟ ਹਾਨੀਕਾਰਕ ਹੋਣਗੇ। ਡਾਕਟਰ ਸਾਧਨਾ ਦਾ ਕਹਿਣਾ ਹੈ ਕਿ ਆਮ ਪਟਾਕਿਆਂ ਨੂੰ ਸਾੜਨ ਨਾਲ ਵੱਡੀ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਸਲਫਰ ਗੈਸ ਨਿਕਲਦੀ ਹੈ। ਗ੍ਰੀਨ ਪਟਾਕਿਆਂ ਦੀ ਖੋਜ ਦਾ ਮਕਸਦ ਵੀ ਇਹੀ ਹੈ ਕਿ ਜਦੋਂ ਪਟਾਕੇ ਸਾੜੇ ਜਾਣ ਤਾਂ ਉਹਨਾਂ ਵਿੱਚੋਂ ਘੱਟ ਨਾਈਟ੍ਰੋਜਨ ਅਤੇ ਸਲਫਰ ਗੈਸ ਨਿਕਲੇ। ਗ੍ਰੀਨ ਪਟਾਕਿਆਂ ਵਿੱਚ ਵਰਤੇ ਜਾਣ ਵਾਲੇ ਮਸਾਲੇ ਆਮ ਪਟਾਕਿਆਂ ਤੋਂ ਕਾਫੀ ਹੱਦ ਤੱਕ ਵੱਖਰੇ ਹੁੰਦੇ ਨੇ। ਨੀਰੀ ਨੇ ਕੁਝ ਅਜਿਹੇ ਰਸਾਇਣਿਕ ਫਾਰਮੂਲੇ ਬਣਾਏ ਨੇ ਜੋ ਘੱਟ ਹਾਨੀਕਾਰਕ ਗੈਸਾਂ ਪੈਦਾ ਕਰਨਗੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।